ਆਪ ਸਭ ਦਾ ਸਵਾਗਤ ਹੈ ਜੀ ਜੈਮ ਸਟੱਡੀ ਚੈਨਲ ਤੇ। ਅੱਜ ਆਪਾਂ ਗੱਲ ਕਰਾਂਗੇ ਸਮਾਨਤਾ ਦੇ ਅਧਿਕਾਰ ਬਾਰੇ, ਜੋ ਕਿ ਸਾਡਾ ਪਹਿਲਾ ਅਧਿਕਾਰ ਹੈ। ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਸਮਾਨਤਾ ਦੇ ਅਧਿਕਾਰ, ਜੋ ਕਿ ਸਾਨੂੰ ਅਨੁਛੇਦ 14 ਤੋਂ 18 ਅਧੀਨ ਪ੍ਰਦਾਨ ਕੀਤਾ ਗਿਆ ਹੈ। ਇਸ ਵਿੱਚ ਕੁਐਸਚਨ ਪੁੱਟ ਕਰ ਸਕਦੇ ਆ ਕਿ ਸਮਾਨਤਾ ਦਾ ਅਧਿਕਾਰ ਕਿੰਨੇ ਅਨੁਛੇਦ ਤੋਂ ਕਿੰਨੇ ਤੱਕ ਸ਼ਾਮਲ ਹੈ ਭਾਰਤੀ ਸੰਵਿਧਾਨ ਦੇ ਵਿੱਚ। ਤਾਂ ਆਪਾਂ ਉੱਥੇ ਕਹਾਂਗੇ 14 ਤੋਂ 18 ਤੱਕ। ਇਸ ਦੇ ਕਈ ਪੱਖ ਹਨ। ਸਭ ਤੋਂ ਪਹਿਲਾਂ ਹੈ ਕਿ ਕਾਨੂੰਨ ਦੇ ਸਾਹਮਣੇ ਸਮਾਨਤਾ, ਜੋ ਅਨੁਛੇਦ 14 ਦੀ ਦਿੱਤੀ ਗਈ ਹੈ। ਇੱਥੇ ਕੁਐਸਚਨ ਕੀ ਪੁੱਟ ਕਰ ਸਕਦੇ ਆ ਕਿ ਵੀ ਕਾਨੂੰਨ ਦੇ ਸਾਹਮਣੇ ਜਿਹੜੀ ਸਮਾਨਤਾ ਉਹ ਕਿਹੜੇ ਅਨੁਛੇਦ ਅਧੀਨ ਦਿੱਤੀ ਗਈ ਹੈ, ਤਾਂ ਸਿੱਧਾ ਹੀ ਡਾਇਰੈਕਟ ਆ ਜਾਊਗਾ 14 ਅਧੀਨ। ਜਾਂ ਉਲਟਾ ਕੇ ਕੁਐਸਚਨ ਪੁੱਛ ਸਕਦੇ ਆ ਕਿ ਅਨੁਛੇਦ 14 ਅਧੀਨ ਕੀ ਕਿਹਾ ਗਿਆ ਜਾਂ ਕੀ ਵਿਵਸਥਾ ਕੀਤੀ ਗਈ ਹੈ, ਤਾਂ ਉੱਥੇ ਕੀ ਆ ਉਹ ਕਾਨੂੰਨ ਦੇ ਸਾਹਮਣੇ ਸਮਾਨਤਾ ਦੀ। ਸੈਕਿੰਡ ਵਨ ਹੈ ਜੀ ਵਿਤਕਰੇ ਦੀ ਮਨਾਹੀ, ਜੋ ਕਿ ਸਾਨੂੰ ਅਨੁਛੇਦ 15 ਅਧੀਨ ਦਿੱਤੀ ਗਈ ਹੈ। ਅਤੇ ਸੇਮ ਹੀ ਕੁਐਸਚਨ ਇੱਥੇ ਪੁੱਟ ਕਰ ਸਕਦੇ ਆ, ਜਿਵੇਂ ਕਿ ਅਨੁਛੇਦ 15 ਅਧੀਨ ਕੀ ਵਿਵਸਥਾ ਕੀਤੀ ਗਈ ਹੈ, ਤਾਂ ਆਨਸਰ ਕੀ ਉਹ ਵਿਤਕਰੇ ਦੀ ਮਨਾਹੀ ਦੀ। ਜਾਂ ਫਿਰ ਵਿਤਕਰੇ ਦੀ ਮਨਾਹੀ ਹੈ ਜਿਹੜੀ ਉਹ ਕਿਹੜੇ ਅਨੁਛੇਦ ਅਧੀਨ ਸ਼ਾਮਲ ਹੈ, ਤਾਂ ਆਪਾਂ 15 ਅਧੀਨ ਲਿਖ ਸਕਦੇ ਹਾਂ। ਥਰਡ ਵਨ ਹੈ ਜੀ ਅਫਸਰ ਦੀ ਸਮਾਨਤਾ, ਜੋ ਕਿ ਅਨੁਛੇਦ 16 ਅਧੀਨ ਹੈ। ਜਾਂ ਫੋਰਥ ਵਨ ਹੈ ਸ਼ੋਸਾ ਦੀ ਸਮਾਪਤੀ, ਅਨੁਛੇਦ 17 ਅਧੀਨ। ਅਤੇ ਫਿਫਥ ਵਨ ਹੈ ਜੀ ਕਿਤਾਬਾਂ ਦੀ ਸਮਾਪਤੀ, ਅਨੁਛੇਦ 18 ਦੇ ਅਧੀਨ। ਤਾਂ ਇੱਥੇ ਸਿਰਫ ਉਹ ਡਾਇਰੈਕਟ ਆਪਾਂ ਨੂੰ ਕਹਿਣ ਦਾ ਮਤਲਬ ਹੈ ਕਿ ਐਵੇਂ ਵੀ ਪੁੱਛ ਸਕਦਾ ਹੈ ਕਿ ਕਿਹੜੇ ਅਨੁਛੇਦ ਵਿੱਚ, ਯਾਨੀ ਕਿ ਮੰਨ ਲਓ 18 ਅਨੁਛੇਦ ਦੇ ਵਿੱਚ ਕਿਹੜੀ ਵਿਵਸਥਾ ਕੀਤੀ ਗਈ ਹੈ ਕਿਤਾਬਾਂ ਦੀ ਸਮਾਪਤੀ ਦੀ। ਜਾਂ ਫਿਰ ਉਹ ਇਹ ਵੀ ਪੁੱਛ ਸਕਦੇ ਆ ਸਿੱਧਾ ਹੀ ਕਿ ਸ਼ੋਸਾ ਦੀ ਸਮਾਪਤੀ ਹੈ ਜਿਹੜੀ ਕਿਹੜੇ ਅਨੁਛੇਦ ਦੇ ਅਧੀਨ ਕੀਤੀ ਗਈ ਆ, ਤਾਂ ਆਪਾਂ ਉੱਥੇ ਲਿਖਾਂਗੇ ਅਨੁਛੇਦ 17 ਅਧੀਨ। ਸੋ ਨੈਕਸਟ ਆਪਾਂ ਇਹਨਾਂ ਦੇ ਇਕੱਲੇ ਬਾਰੇ ਵਿਸਥਾਰਪੂਰਵਕ ਗੱਲ ਕਰਦੇ ਹਾਂ। ਸਭ ਤੋਂ ਪਹਿਲਾਂ ਜੀ ਕਾਨੂੰਨ ਦੇ ਸਾਹਮਣੇ ਸਮਾਨਤਾ, ਜੋ ਕਿ ਅਨੁਛੇਦ 14 ਅਧੀਨ ਹੈ। ਅਨੁਛੇਦ 14 ਅਧੀਨ ਕਿਹਦੀ ਵਿਵਸਥਾ ਕੀਤੀ ਗਈ ਹੈ, ਕਾਨੂੰਨ ਦੇ ਸਾਹਮਣੇ ਸਮਾਨਤਾ ਦੀ। ਇਸ ਦੇ ਵਿੱਚ ਕੀ ਕਿਹਾ ਗਿਆ, ਇਸ ਅਨੁਛੇਦ ਅਨੁਸਾਰ 14 ਅਨੁਛੇਦ ਅਨੁਸਾਰ ਸਭ ਵਿਅਕਤੀ ਕਾਨੂੰਨ ਦੇ ਸਾਹਮਣੇ ਸਮਾਨ ਹਨ। ਕਾਨੂੰਨ ਦੀ ਦੁਨੀਆ ਵਿੱਚ ਊਚ ਨੀਚ, ਅਮੀਰ ਗਰੀਬ, ਰੰਗ ਜਾਂ ਨਸਲ, ਜਾਤ, ਜਨਮ, ਧਰਮ ਆਦਿ ਦੇ ਆਧਾਰ 'ਤੇ ਕੋਈ ਭੇਦਭਾਵ ਨਹੀਂ ਕੀਤਾ ਜਾ ਸਕਦਾ। ਸੋ ਇੱਥੇ ਕੁਐਸਚਨ ਇਹ ਪੁੱਟ ਕਰ ਸਕਦੇ ਆ ਕਿ ਕਾਨੂੰਨ ਦੇ ਸਾਹਮਣੇ ਜਿਹੜੀ ਸਮਾਨਤਾ ਉਹ ਕਿਹੜੇ ਅਨੁਛੇਦ ਦੇ ਵਿੱਚ ਆ, ਅਨੁਛੇਦ 14 ਦੇ ਵਿੱਚ ਹੈ। ਜਾਂ ਫਿਰ ਉਹ ਇਹ ਵੀ ਕਹਿ ਸਕਦੇ ਆ ਕਿ ਊਚ ਨੀਚ, ਅਮੀਰ ਗਰੀਬ, ਰੰਗ ਜਾਂ ਨਸਲ, ਜਨਮ, ਧਰਮ ਦਾ ਕੋਈ ਭੇਦਭਾਵ ਨਹੀਂ, ਇਹ ਕਿਹੜੇ ਅਧਿਕਾਰ ਅਧੀਨ ਹੈ, ਜਾਂ ਕਿਹੜੇ ਅਧਿਕਾਰ ਅਧੀਨ ਕਿਹਾ ਗਿਆ ਆਪਾਂ ਕਾਨੂੰਨ ਦੇ ਸਾਹਮਣੇ ਸਮਾਨਤਾ ਕਹਾਂਗੇ। ਜਾਂ ਫਿਰ ਆਪਾਂ ਨੂੰ ਪੁੱਛ ਸਕਦੇ ਆ ਵੀ ਕਿਹੜੇ ਅਨੁਛੇਦ ਵਿੱਚ ਆ, ਤਾਂ ਅਨੁਛੇਦ 14 ਵਿੱਚ। ਨੈਕਸਟ ਹੈ ਜੀ ਸੈਕਿੰਡ ਵਨ ਵਿਤਕਰੇ ਦੀ ਮਨਾਹੀ। ਵਿਤਕਰੇ ਦੀ ਮਨਾਹੀ ਜੋ ਕਿ ਅਨੁਛੇਦ 15 ਅਧੀਨ ਹੈ। ਇਸ ਵਿੱਚ ਕੀ ਕਿਹਾ ਗਿਆ, ਕਾਨੂੰਨ ਕਿਸੇ ਵੀ ਆਧਾਰ 'ਤੇ ਰੰਗ, ਨਸਲ, ਲਿੰਗ, ਜਾਤ ਆਧਾਰ 'ਤੇ ਕਿਸੇ ਨਾਲ ਕੋਈ ਵੀ ਵਿਤਕਰਾ ਜਿਹੜਾ ਨਹੀਂ ਕਰੇਗਾ। ਸੈਕਿੰਡ ਉਹਨਾਂ ਨੇ ਕਿਹਾ ਕਿ ਸਰਵਜਨਕ ਸਥਾਨ ਜਨਤਾ ਦੇ ਲਈ ਖੁੱਲ੍ਹੇ, ਜਿਸ ਦਾ ਭਾਵ ਹੈ ਕਿ ਜਿਵੇਂ ਕਿ ਦੁਕਾਨਾਂ, ਹੋਟਲ, ਆਰਾਮ ਘਰ, ਸਿਨੇਮਾ ਅਤੇ ਆਦਿ ਜਿਹੜੇ ਸਰਵਜਨਿਕ ਸਥਾਨ ਹੈ ਸਭ ਵਿਅਕਤੀਆਂ ਲਈ ਖੁੱਲ੍ਹੇ ਹਨ, ਅਤੇ ਕਿਸੇ ਵਿਅਕਤੀ ਨੂੰ ਧਰਮ, ਜਾਤ, ਨਸਲ ਆਦਿ ਦੇ ਆਧਾਰ 'ਤੇ ਇਸ ਅਧਿਕਾਰ ਤੋਂ ਵਾਂਝਿਆ ਨਹੀਂ ਕੀਤਾ ਜਾ ਸਕਦਾ। ਜਾਂ ਫਿਰ ਆਪਾਂ ਗੱਲ ਕਰ ਲਈਏ ਜਿਹੜੇ ਜਨਤਕ ਖੂਹ, ਤਲਾਬ, ਇਸ਼ਨਾਨ ਘਾਟ, ਸੜਕਾਂ ਆਦਿ ਹੁੰਦੇ ਆ, ਜੋ ਕਿ ਸਰਕਾਰ ਦੁਆਰਾ ਆਪਾਂ ਕਹਿ ਲਈਏ ਜਾਂ ਸਰਕਾਰ ਦੀ ਸਹਾਇਤਾ ਦੁਆਰਾ ਸਥਾਪਿਤ ਕੀਤੇ ਜਾਂਦੇ ਆ, ਬਿਨਾਂ ਕਿਸੇ ਭੇਦਭਾਵ ਦੇ ਸਭ ਨਾਗਰਿਕਾਂ ਲਈ ਉਹ ਖੁੱਲ੍ਹੇ ਹੈ, ਜੋ ਕਿ ਵਿਵਸਥਾ ਕਿਸ ਦੇ ਅਧੀਨ ਕੀਤੀ ਗਈ ਹੈ, ਵਿਤਕਰੇ ਦੀ ਮਨਾਹੀ ਅਧੀਨ ਅਨੁਛੇਦ 15 ਦੇ ਵਿੱਚ ਕੀਤੀ ਗਈ ਹੈ ਜੀ। ਪਰ ਇੱਥੇ ਨਾ ਕੁਝ ਛੋਟ ਦਿੱਤੀ ਗਈ ਹੈ ਕਿਹਨਾਂ ਨੂੰ, ਪਹਿਲਾਂ ਤਾਂ ਇਸਤਰੀਆਂ ਅਤੇ ਬੱਚੇ ਆ ਜਿਹੜੇ ਉਹਨਾਂ ਦੀ ਹਿੱਤਾਂ ਦੀ ਰੱਖਿਆ ਦੇ ਲਈ, ਉਹਨਾਂ ਦੇ ਹਿੱਤ ਆ ਜਿਹੜੇ, ਜੇਕਰ ਉਹਨਾਂ ਨੂੰ ਲੱਗਦਾ ਸਰਕਾਰ ਨੂੰ ਵੀ ਉਹ ਸੁਰੱਖਿਅਤ ਨਹੀਂ, ਤਾਂ ਉਹਨਾਂ ਦੇ ਲਈ ਵਿਸ਼ੇਸ਼ ਪ੍ਰਬੰਧ ਕਰ ਸਕਦੀ ਆ। ਤਾਂ ਇੱਥੇ ਆਪਾਂ ਕਹਿ ਲਈਏ ਵੀ ਇਹ ਜਿਹੜਾ 15 ਅਨੁਛੇਦ ਹੈ ਵੀ ਰੰਗ, ਨਸਲ, ਲਿੰਗ, ਜਾਤ ਦੇ ਆਧਾਰ 'ਤੇ ਵਿਤਕਰਾ ਨਹੀਂ ਕੀਤਾ ਸਕਦਾ, ਉਹਦੀ ਉਲੰਘਣਾ ਨਹੀਂ ਹੋਵੇਗੀ। ਸੈਕਿੰਡ ਉਹਨਾਂ ਨੇ ਪਛੜੀਆਂ ਸ਼੍ਰੇਣੀਆਂ, ਅਨੁਸੂਚਿਤ ਜਾਤੀਆਂ ਜਾਂ ਅਨੁਸੂਚਿਤ ਕਬੀਲਿਆਂ ਲਈ ਵੀ ਉਹ ਵਿਸ਼ੇਸ਼ ਵਿਵਸਥਾਵਾਂ ਕਰ ਸਕਦੀ ਹੈ, ਉਹਨਾਂ ਦੀ ਭਲਾਈ ਲਈ ਵਿਸ਼ੇਸ਼ ਪ੍ਰਬੰਧ ਕਰ ਸਕਦੀ ਹੈ ਸਰਕਾਰ ਜਾਂ ਰਾਜ ਦੀ ਜਿਹੜੀ ਅਜਿਹੀ ਕਾਰਵਾਈ ਹੋਊਗੀ ਉਹ ਅਨੁਛੇਦ 15 ਦੀ ਉਲੰਘਣਾ ਨਹੀਂ ਮੰਨੀ ਜਾਵੇਗੀ, ਜਿਸ ਦੇ ਅਧੀਨ ਕੀ ਕਿਹਾ ਗਿਆ ਕਿ ਜਾਤ, ਜਨਮ ਸਥਾਨ ਆਦਿ ਆਧਾਰ 'ਤੇ ਭੇਦਭਾਵ ਕਰਨਾ ਵਰਜਿਤ ਆ ਜਿਹੜਾ ਕੀਤਾ ਗਿਆ। ਥਰਡ ਵਨ ਹੈ ਜੀ ਅਫਸਰ ਦੀ ਸਮਾਨਤਾ, ਅਨੁਛੇਦ 16 ਦੇ ਅਧੀਨ ਜੋ ਅਫਸਰ ਦੀ ਸਮਾਨਤਾ ਉਹ ਸਾਨੂੰ ਦਿੱਤੀ ਗਈ। ਅਫਸਰਾਂ ਦੀ ਸਮਾਨਤਾ ਜਿਹੜੀ ਉਹ ਅਨੁਛੇਦ 16 ਦੀ, ਮਤਲਬ ਮੌਕਿਆਂ ਦੀ ਸਮਾਨਤਾ। ਰਾਜ ਅਧੀਨ ਕਿਸੇ ਵੀ ਪਦਵੀ ਲਈ ਕੋਈ ਵਿਤਕਰਾ ਨਹੀਂ ਕੀਤਾ ਜਾਵੇਗਾ, ਇਸ ਦੇ ਅਧੀਨ ਕਿਹਾ ਗਿਆ।
ਭਾਵ ਕਿ ਰੁਜ਼ਗਾਰ ਸੰਬੰਧੀ ਜਾਂ ਆਪਾਂ ਕਹਿ ਲਈਏ ਰਾਜ ਅਧੀਨ ਕਿਸੇ ਵੀ ਪਦਵੀ ਦੀ ਨਿਯੁਕਤੀ ਲਈ ਸਾਰੇ ਨਾਗਰਿਕਾਂ ਨੂੰ ਅਫਸਰ ਦੀ ਜਿਹੜੀ ਸਮਾਨਤਾ ਪ੍ਰਾਪਤ ਹੋਗੀ। ਸਾਰਿਆਂ ਨੂੰ ਇੱਕੋ ਜਿਹੇ ਮੌਕੇ ਦਿੱਤੇ ਜਾਣਗੇ। ਜਾਂ ਫਿਰ ਆਪਾਂ ਕਹਿ ਲਈਏ ਕਿ ਧਰਮ, ਨਸਲ, ਜਾਤ, ਲਿੰਗ, ਵੰਸ਼ ਜਾਂ ਜਨਮ ਸਥਾਨ, ਨਿਵਾਸ ਸਥਾਨ ਦੇ ਆਧਾਰ 'ਤੇ ਰੁਜ਼ਗਾਰ ਸੰਬੰਧੀ ਜਾਂ ਰਾਜ ਅਧੀਨ ਕਿਸੇ ਪਦਵੀ ਉੱਤੇ ਨਿਯੁਕਤੀ ਸੰਬੰਧੀ ਕੋਈ ਵੀ ਕਿਸੇ ਤਰ੍ਹਾਂ ਦਾ ਵਿਤਕਰਾ ਨਹੀਂ ਕੀਤਾ ਜਾਵੇਗਾ ਅਤੇ ਨਾ ਹੀ ਕਿਸੇ ਨਾਗਰਿਕ ਨਾਲ ਜਿਹੜਾ ਉਹਨੂੰ ਇਹਨਾਂ ਵਿੱਚੋਂ ਕਿਸੇ ਆਧਾਰ 'ਤੇ ਕਿਸੇ ਪਦਵੀ ਲਈ ਅਯੋਗ ਸਮਝਿਆ ਜਾਵੇਗਾ। ਇੱਥੇ ਤਾਂ ਸਭ ਲਈ ਕਿਹਾ ਕਿ ਰਾਜ ਅਧੀਨ ਕਿਸੇ ਵੀ ਪਦਵੀ ਲਈ ਰਾਜ ਦੇ ਅਧੀਨ ਵਿਤਕਰਾ ਨਹੀਂ ਕੀਤਾ ਜਾਵੇਗਾ, ਪਰ ਫਿਰ ਵੀ ਇੱਥੇ ਕੁਝ ਛੋਟਾਂ ਦਿੱਤੀਆਂ ਗਈਆਂ, ਜਿਵੇਂ ਕਿ ਰਾਖਵਾਂਕਰਨ ਕੀਤਾ ਗਿਆ। ਜਦੋਂ ਰਾਜ ਨਾਗਰਿਕਾਂ ਦੀ ਕਿਸੇ ਵੀ ਅਜਿਹੀ ਪਛੜੀ ਸ਼੍ਰੇਣੀ ਲਈ ਕੁਝ ਪਦਵੀਆਂ ਰਾਖਵੀਆਂ ਕਰ ਸਕਦਾ ਹੈ ਜੇਕਰ ਰਾਜ ਦੀ ਰਾਏ ਵਿੱਚ ਨਾਗਰਿਕਾਂ ਦੀ ਉਸ ਸ਼੍ਰੇਣੀ ਨੂੰ ਲੱਗਦਾ ਕਿ ਵੀ ਉਹ ਜਿਹੜੀ ਸ਼੍ਰੇਣੀ ਆ ਉਹਦੇ ਲਈ ਸਭਾਵਾਂ ਜਿਹੜੀਆਂ ਉਹਨਾਂ ਦੀ ਉਚਿਤ ਪ੍ਰਤੀਨਿਧਤਾ ਨਹੀਂ ਹੈਗੀ, ਤਾਂ ਰਾਜ ਅਜਿਹੀਆਂ ਸ਼੍ਰੇਣੀਆਂ ਦੇ ਲਈ ਰਾਖਵਾਂਕਰਨ ਜਿਹੜਾ ਉਹ ਕਰ ਸਕਦਾ ਹੈ। ਇਸ ਤੋਂ ਬਿਨਾਂ ਕਿਸੇ ਪਦਵੀ ਲਈ ਰਿਹਾਇਸ਼ ਦੀ ਸ਼ਰਤ ਹੈ, ਜੋ ਕਿ ਵੀ ਰਿਹਾਇਸ਼ ਦੀ ਸ਼ਰਤ ਉਹ ਸੰਸਦ ਹੀ ਲਗਾ ਸਕਦੀ ਹੈ, ਵਿਧਾਨ ਮੰਡਲ ਨਹੀਂ। ਕੀ ਭਾਵ ਕਿ ਸੰਸਦ ਕਿਸੇ ਰਾਜ ਜਾਂ ਸੰਘੀ ਖੇਤਰ ਵਿੱਚ ਕਿਸੇ ਵੀ ਪਦਵੀ ਸੰਬੰਧੀ ਉਸ ਰਾਜ ਜਾਂ ਸੰਘ ਖੇਤਰ ਵਿੱਚ ਕਾਨੂੰਨ ਦੁਆਰਾ ਨਿਵਾਸ ਜਾਂ ਰਿਹਾਇਸ਼ ਦੀ ਸ਼ਰਤ ਨਿਸ਼ਚਿਤ ਕਰ ਸਕਦੀ ਹੈ। ਵੀ ਆਪਦੇ ਕਿਸੇ ਵੀ ਖੇਤਰ ਜਾਂ ਵਿੱਚ ਰਾਜ ਵਿੱਚ ਕਹਿ ਸਕਦੀ ਹੈ ਵੀ ਇੱਥੇ ਜਿਹੜੇ ਰਿਹਾਇਸ਼ ਦਾ ਸ਼ਰਤ ਹੈ ਵੀ ਉਹਨੇ ਇੱਥੇ ਹੀ ਰਹਿਣਾ ਗਾ ਜਾਂ ਫਿਰ ਉਹ ਇੱਥੋਂ ਦਾ ਵਸਨੀਕ ਹੋਵੇ। ਅਜਿਹੀ ਸ਼ਰਤ ਕੇਵਲ ਆਪਾਂ ਕਹਿ ਲਈਏ ਰਾਜ ਜਾਂ ਸੰਘੀ ਖੇਤਰ ਦੀ ਸਰਕਾਰ ਅਧੀਨ ਪਦਵੀ ਸੰਬੰਧੀ ਹੀ, ਜਿਹੜੀ ਕਿ ਆਪਾਂ ਕਹਿ ਲਈਏ ਕਿਸੇ ਰਾਜ ਦੇ ਅਧੀਨ ਜਾਂ ਸੰਘ ਦੇ ਅਧੀਨ ਪਦਵੀ ਉਹਦੇ ਅਧੀਨ ਹੀ ਨਿਸ਼ਚਿਤ ਕੀਤੀ ਜਾ ਸਕਦੀ ਹੈ, ਪਰ ਉਹ ਲਗਾ ਵੀ ਸੰਸਦ ਹੀ ਸਕਦੀ ਆ। ਵਿਧਾਨ ਮੰਡਲ ਆ ਉਹ ਨਹੀਂ ਲਗਾ ਸਕਦੀ। ਰਿਹਾਇਸ਼ ਦੀ ਸ਼ਰਤ ਸਿਰਫ ਸੰਸਦ ਲਗਾ ਸਕਦੀ ਹੈ, ਵਿਧਾਨ ਮੰਡਲ ਨਹੀਂ ਲਗਾ ਸਕਦੀ। ਅਨੁਛੇਦ 17 ਦੇ ਅਧੀਨ ਛੂਤ ਦੀ ਸਮਾਪਤੀ ਕੀਤੀ ਗਈ ਹੈ, ਜਿਸ ਵਿੱਚ ਕੀ ਕਿਹਾ ਗਿਆ ਕਿ ਛੂਤ ਦੇ ਕਿਸੇ ਵੀ ਰੂਪ ਵਿੱਚ ਅਮਲ ਕਰਨਾ ਬਿਲਕੁਲ ਹੀ ਵਰਜਿਤ ਕੀਤਾ ਗਿਆ। ਕੋਈ ਵੀ ਰੂਪ ਹੋਵੇ ਛੂਤ ਦਾ ਉਹ ਅਲਾਉ ਨਹੀਂ ਕੀਤਾ ਜਾ ਸਕਦਾ। ਛੂਤ ਦੇ ਸਿੱਟੇ ਵਜੋਂ ਕਿਸੇ ਪ੍ਰਕਾਰ ਦੇ ਬੰਧਨ ਲਗਾਉਣਾ ਇੱਕ ਅਪਰਾਧ ਹੈ। ਕੋਈ ਵੀ ਆਪਣੇ ਤੋਂ ਬੰਧਨ ਲਗਾ ਰਿਹਾ, ਰੋਕ ਟੋਕ ਕਰ ਰਿਹਾ ਤਾਂ ਉਹ ਇੱਕ ਅਪਰਾਧ ਹੈ ਅਤੇ ਅਜਿਹੇ ਅਪਰਾਧ ਦੀ ਕਾਨੂੰਨ ਅਨੁਸਾਰ ਸਜ਼ਾ ਵੀ ਦਿੱਤੀ ਜਾਂਦੀ ਹੈ। ਫਿਰ ਅਨੁਛੇਦ 17 ਦੇ ਅਧੀਨ ਇਹਨੂੰ ਅਮਲੀ ਰੂਪ ਦੇਣ ਦੇ ਲਈ ਵਿਵਸਥਾ ਕੀ ਕੀਤੀ ਗਈ ਹੈ। 1955 ਦੇ ਵਿੱਚ ਛੂਤ ਅਪਰਾਧ ਕਾਨੂੰਨ ਸੰਸਦ ਦੁਆਰਾ ਪਾਸ ਕੀਤਾ ਗਿਆ। ਫਿਰ 1976 ਦੇ ਵਿੱਚ ਇੱਕ ਹੋਰ ਕਾਨੂੰਨ ਨੂੰ ਨਾਗਰਿਕ ਅਧਿਕਾਰ ਸੁਰੱਖਿਆ ਕਾਨੂੰਨ ਪਾਸ ਕੀਤਾ ਗਿਆ, ਜਿਸ ਦੇ ਵਿੱਚ ਸੰਸਦ ਦੁਆਰਾ ਪਾਸ ਕੀਤਾ ਗਿਆ ਸੀ। ਇਸ ਕਾਨੂੰਨ ਅਧੀਨ ਕੀ ਕਿਹਾ ਗਿਆ ਸੀ, ਛੂਤ ਦੇ ਕਿਸੇ ਵੀ ਰੂਪ ਵਿੱਚ ਅਮਲ ਕਰਨ ਵਾਲੇ ਜਾਂ ਉਸ ਦਾ ਪ੍ਰਚਾਰ ਕਰਨ ਵਾਲੇ ਵਿਅਕਤੀ ਨੂੰ ਦੰਡ ਦੇਣ ਦੀ ਵਿਵਸਥਾ ਇਹਦੇ ਵਿੱਚ ਕੀਤੀ ਗਈ ਆ। ਕਿਹਦੇ ਅਧੀਨ? 1976 ਨਾਗਰਿਕ ਅਧਿਕਾਰ ਸੁਰੱਖਿਆ ਕਾਨੂੰਨ ਦੇ ਵਿੱਚ। ਜੇਕਰ ਇੱਥੇ ਵੀ ਗੱਲ ਵਰਣਨਯੋਗ ਹੈ ਕਿ ਇਸ ਕਾਨੂੰਨ ਅਧੀਨ ਦੰਡਿਤ ਵਿਅਕਤੀ ਆ ਜਿਹੜਾ ਉਹਨੂੰ ਸੰਸਦ ਆ ਜਿਹੜਾ ਜਾਂ ਫਿਰ ਰਾਜ ਵਿਧਾਨ ਮੰਡਲ ਹੈ ਉਹਦੀ ਚੋਣ ਲੜਨ ਲਈ 6 ਸਾਲਾਂ ਲਈ ਅਯੋਗ ਘੋਸ਼ਿਤ ਕੀਤਾ ਜਾਵੇਗਾ ਜੇਕਰ ਉਹਦੇ ਉੱਤੇ ਦੋਸ਼ ਕਾਹਦਾ ਲੱਗਿਆ ਹੋਇਆ? ਛੂਤ ਦਾ ਦੋਸ਼ ਲੱਗਿਆ ਹੋਇਆ। ਤਾਂ ਇੱਥੇ ਕੋਈ ਕੁਐਸਚਨ ਬਣ ਰਿਹਾ ਕਿ ਛੂਤ ਦੀ ਜਿਹੜੀ ਸਮਾਪਤੀ ਹੈ ਕਿਹੜੇ ਅਨੁਛੇਦ ਅਧੀਨ ਕੀਤੀ ਗਈ? 17 ਦੇ ਅਧੀਨ। ਸਭ ਤੋਂ ਪਹਿਲਾਂ ਜਿਹੜਾ ਸੰਸਦ ਦੁਆਰਾ ਕਾਨੂੰਨ ਛੂਤ ਬਾਰੇ ਕਦੋਂ ਪਾਸ ਕੀਤਾ ਗਿਆ? 1955 ਵਿੱਚ। ਕੀ ਨਾਮ ਸੀ ਤਾਂ? ਛੂਤ ਅਪਰਾਧ ਕਾਨੂੰਨ ਸੀ। ਅਤੇ 1976 ਦੇ ਵਿੱਚ ਇੱਕ ਹੋਰ ਕਾਨੂੰਨ ਪਾਸ ਕੀਤਾ ਗਿਆ ਸੀ, ਨਾਗਰਿਕ ਅਧਿਕਾਰ ਸੁਰੱਖਿਆ ਕਾਨੂੰਨ। ਜੇਕਰ ਕੋਈ ਇਹਦੀ ਉਲੰਘਣਾ ਕਰਦਾ ਤਾਂ ਉਹਨੂੰ ਦੰਡ ਦਿੱਤਾ ਜਾਂਦਾ ਅਤੇ ਦੰਡਿਤ ਵਿਅਕਤੀ ਨੂੰ ਸੰਸਦ ਜਾਂ ਵਿਧਾਨ ਮੰਡਲ ਦੀ ਚੋਣ ਲੜਨ ਦੇ ਲਈ ਅਤੇ ਜਾਂ ਹਿੱਸਾ ਲੈਣ ਲਈ ਉਹਦੇ ਵਿੱਚ 6 ਸਾਲ ਲਈ ਅਯੋਗ ਘੋਸ਼ਿਤ ਕਰ ਦਿੱਤਾ ਜਾਂਦਾ ਜੀ। 5th ਵਨ ਹੈ ਜੀ ਖਿਤਾਬਾਂ ਦਾ ਖਾਤਮਾ, ਜੋ ਅਨੁਛੇਦ 18 ਦੇ ਅਧੀਨ ਕੀਤਾ ਗਿਆ। ਇਹਦੇ ਵਿੱਚ ਕੀ ਵਿਵਸਥਾ ਕੀਤੀ ਗਈ ਹੈ? ਇਹਦੇ ਵਿੱਚ ਕਿਹਾ ਗਿਆ ਕਿ ਰਾਜ ਦੁਆਰਾ ਕੋਈ ਖਿਤਾਬ ਨਹੀਂ ਦਿੱਤਾ ਜਾਵੇਗਾ। ਜਿਹੜੇ ਕਿ ਭਾਰਤ ਹੈ ਉਹਦੇ ਵਿੱਚ ਰਾਜਾਂ ਦੁਆਰਾ ਕੋਈ ਵੀ ਖਿਤਾਬ ਨਹੀਂ ਦਿੱਤਾ ਜਾਵੇਗਾ। ਇਸ ਅਨੁਛੇਦ ਦੁਆਰਾ ਰਾਜ ਵਿੱਦਿਅਕ ਅਤੇ ਸੈਨਿਕ ਪ੍ਰਾਪਤੀ ਨੂੰ ਕਿਸੇ ਰੂਪ ਵਿੱਚ ਮਾਨਤਾ ਤਾਂ ਦੇ ਸਕਦਾ, ਪਰ ਕਿਸੇ ਕਿਸਮ ਦਾ ਖਿਤਾਬ ਕਿਸੇ ਵਿਅਕਤੀ ਨੂੰ ਨਹੀਂ ਦੇ ਸਕਦਾ। ਮਤਲਬ ਕਿਸੇ ਵਿਅਕਤੀ ਨੂੰ ਕੋਈ ਟਾਈਟਲ ਨਹੀਂ ਦੇ ਸਕਦਾ ਰਾਜ ਵੀ ਇਹਦਾ ਆਹ ਟਾਈਟਲ ਹੈ। ਜਾਂ ਫਿਰ ਭਾਰਤ ਦਾ ਕੋਈ ਵੀ ਨਾਗਰਿਕ ਹੈ ਉਹ ਵਿਦੇਸ਼ੀ ਰਾਜ ਤੋਂ ਕੋਈ ਖਿਤਾਬ ਸਵੀਕਾਰ ਨਹੀਂ ਕਰੇਗਾ। ਮਤਲਬ ਕਿ ਜੇ ਕੋਈ ਨਾਗਰਿਕ ਹੈ ਤਾਂ ਉਹ ਕਿਸੇ ਵਿਦੇਸ਼ ਤੋਂ ਜਾ ਕੇ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਖਿਤਾਬ ਨਹੀਂ ਲੈ ਸਕਦਾ।
ਤੀਜੀ ਗੱਲ ਇਹਦੇ ਵਿੱਚ ਇਹ ਵੀ ਕਹੀ ਗਈ ਹੈ ਕਿ ਕੋਈ ਵੀ ਵਿਅਕਤੀ ਹੈ ਜੋ ਭਾਰਤ ਦਾ ਨਾਗਰਿਕ ਹੈ, ਜੋ ਰਾਜ ਅਧੀਨ ਕਿਸੇ ਵੀ ਲਾਭਦਾਇਕ ਪਦਵੀ 'ਤੇ ਬਿਰਾਜਮਾਨ ਹੈ, ਉਹ ਰਾਸ਼ਟਰ ਦੀ ਸਹਿਮਤੀ ਤੋਂ ਬਿਨਾਂ ਕਿਸੇ ਵਿਦੇਸ਼ੀ ਰਾਜ ਤੋਂ ਕੋਈ ਵੀ ਖਿਤਾਬ ਆ ਜਿਹੜਾ ਉਹ ਸਵੀਕਾਰ ਨਹੀਂ ਕਰ ਸਕਦਾ। ਭਾਵ ਕਿ ਕੋਈ ਵੀ ਲਾਭਦਾਇਕ ਪਦਵੀ 'ਤੇ ਕੋਈ ਆਦਮੀ ਲੱਗਿਆ ਹੋਇਆ ਜਾਂ ਠੀਕ ਹੈ ਨਾ, ਤਾਂ ਉਹ ਜੇਕਰ ਰਾਸ਼ਟਰਪਤੀ ਕਹਿੰਦਾ ਹੈ ਤਾਂ ਹੀ ਵਿਦੇਸ਼ ਤੋਂ ਕੋਈ ਖਿਤਾਬ ਆ ਜਾਂ ਇਨਾਮ ਆ ਜਿਹੜਾ ਲੈ ਸਕਦਾ, ਰਾਸ਼ਟਰਪਤੀ ਦੀ ਸਹਿਮਤੀ ਦੇ ਨਾਲ। ਕੋਈ ਵੀ, ਜਾਂ ਫਿਰ ਆਪਾਂ ਕਹਿ ਲਈਏ ਇੱਕ ਗੱਲ ਹੋਰ ਵੀ ਇਹਦੇ ਵਿੱਚ ਵੀ, ਕੋਈ ਵੀ ਵਿਅਕਤੀ ਹੈ ਜੋ ਰਾਜ ਦੀ ਲਾਭਦਾਇਕ ਪਦਵੀ 'ਤੇ ਬਿਰਾਜਮਾਨ ਹੈ, ਰਾਸ਼ਟਰਪਤੀ ਦੀ ਪ੍ਰਵਾਨਗੀ ਤੋਂ ਬਿਨਾਂ ਕੋਈ ਤੋਹਫਾ ਵੀ ਨਹੀਂ ਲੈ ਸਕਦਾ, ਧਨ ਵੀ ਨਹੀਂ ਲੈ ਸਕਦਾ, ਕਿਸੇ ਪ੍ਰਕਾਰ ਦੀ ਪਦਵੀ ਕਿਸੇ ਵਿਦੇਸ਼ੀ ਸਰਕਾਰ ਤੋਂ ਪ੍ਰਵਾਨ ਹੀ ਨਹੀਂ ਕਰ ਸਕਦਾ। ਭਾਵ ਕਿ ਇਹਦਾ ਜਿਹੜਾ ਖਿਤਾਬਾਂ ਦਾ ਖਾਤਮਾ ਦੇ ਅਧੀਨ ਗੱਲ ਕੀ ਕਹੀ ਗਈ ਹੈ, 4 ਗੱਲਾਂ ਮੇਨ ਕਹੀਆਂ ਗਈਆਂ ਜੋ ਕਿ ਮੈਂ ਇੱਥੇ ਲਿਖੀਆਂ ਨਹੀਂ। ਪਹਿਲੀ ਗੱਲ ਤਾਂ ਕਹੀ ਗਈ ਕਿ ਜਿਹੜਾ ਕਿ ਰਾਜ ਦੁਆਰਾ ਕੋਈ ਵੀ ਖਿਤਾਬ ਨਹੀਂ ਦਿੱਤਾ ਜਾਊਗਾ, ਉਹਨੇ ਕਲੀਅਰ ਕਿਹਾ ਕਿ ਕੋਈ ਵੀ ਖਿਤਾਬ ਨਹੀਂ ਦਿੱਤਾ ਜਾਊਗਾ। ਜਿਵੇਂ ਵਿੱਦਿਅਕ ਅਤੇ ਸੈਨਿਕ ਪ੍ਰਾਪਤੀਆਂ ਲਈ ਕੋਈ ਮਾਨਤਾ ਤਾਂ ਦੇ ਸਕਦਾ, ਪਰ ਕਿਸੇ ਵਿਅਕਤੀ ਨੂੰ ਕੋਈ ਟਾਈਟਲ ਆ ਜਿਹੜਾ ਨਹੀਂ ਦੇ ਸਕਦਾ ਕਿਸੇ ਖਿਤਾਬ ਦਾ। ਦੂਜੀ ਗੱਲ ਕੀ ਕਹੀ ਗਈ ਇਹਦੇ ਵਿੱਚ ਕਿ ਭਾਰਤ ਦਾ ਕੋਈ ਵੀ ਨਾਗਰਿਕ ਆ ਜਿਹੜਾ ਕਿਸੇ ਵਿਦੇਸ਼ੀ ਰਾਜ ਤੋਂ ਕੋਈ ਵੀ ਖਿਤਾਬ ਸਵੀਕਾਰ ਨਹੀਂ ਕਰ ਸਕਦਾ। ਤੀਜੀ ਗੱਲ ਕਹੀ ਗਈ ਜਿਹੜਾ ਵੀ ਕੋਈ ਲਾਭਕਾਰੀ ਅਹੁਦੇ 'ਤੇ ਲੱਗਿਆ ਹੋਇਆ ਉਹ ਕਿਸੇ ਵੀ ਤਰ੍ਹਾਂ ਦਾ ਆਪਾਂ ਕਹਿ ਲਈਏ ਖਿਤਾਬ ਆ ਵਿਦੇਸ਼ ਤੋਂ ਵੀ ਨਹੀਂ ਈਵਨ ਲੈ ਸਕਦਾ। ਅਤੇ ਫੋਰਥ ਉਹਨਾਂ ਨੇ ਕਿਹਾ ਵੀ ਈਵਨ ਧਨ ਆ ਜਿਹੜਾ ਜਾਂ ਫਿਰ ਆਪਾਂ ਕਹਿ ਲਈਏ ਕੋਈ ਤੋਹਫਾ ਉਹ ਵੀ ਨਹੀਂ ਲੈ ਸਕਦਾ। ਉਹ ਜੇ ਲੈਣਾ ਵੀ ਚਾਹੁੰਦਾ ਹੈ ਤਾਂ ਕੀ ਹੋਊਗਾ, ਪਹਿਲਾਂ ਰਾਸ਼ਟਰਪਤੀ ਦੀ ਪ੍ਰਵਾਨਗੀ ਉਹ ਤੋਂ ਲੈਣੀ ਪਊਗੀ। ਹਾਂਜੀ, ਇੱਥੇ ਫਿਰ ਲਿਖਿਆ ਮੇਰਾ ਰਾਏ ਬਹਾਦਰ, ਦੀਵਾਨ ਬਹਾਦਰ ਅੰਗਰੇਜ਼ਾਂ ਸਮੇਂ। ਇਹ ਕੀ ਹੁੰਦਾ ਸੀਗਾ, ਅੰਗਰੇਜ਼ਾਂ ਦੇ ਸਮੇਂ ਦਿੱਤੇ ਜਾਣ ਵਾਲੇ ਖਿਤਾਬ ਸੀਗੇ। ਪਰ ਕੀ ਸੀਗਾ ਇਹ ਸੱਚੇ ਲੋਕਤੰਤਰ ਦੀ ਸਥਾਪਨਾ ਲਈ ਵਧੀਆ ਨਹੀਂ ਸੀਗੇ, ਤਾਂ ਇਹ ਭਾਰਤ ਦੇ ਵਿੱਚ ਜਿਹੜੇ ਖਤਮ ਕਰ ਦਿੱਤੇ ਗਏ। ਇਸ ਤੋਂ ਬਾਅਦ ਭਾਰਤ ਸਰਕਾਰ ਵੱਲੋਂ ਦਿੱਤੇ ਜਾਂਦੇ ਜਿਵੇਂ ਕਿ ਭਾਰਤ ਰਤਨ ਹੋ ਗਏ, ਆਪਾਂ ਸੁਣਦੇ ਹੀ ਹਾਂ, ਭਾਰਤ ਰਤਨ ਹੋ ਗਿਆ, ਪਦਮ ਵਿਭੂਸ਼ਣ ਹੋ ਗਿਆ, ਪਦਮ ਸ਼੍ਰੀ ਹੋ ਗਿਆ। ਇਹ ਪੁਰਸਕਾਰ ਆ ਜਾਂ ਖਿਤਾਬ, ਇਹ ਪੁਰਸਕਾਰ ਹੈ ਪਰ ਇਹਨਾਂ ਨੂੰ ਆਪਾਂ ਖਿਤਾਬ ਨਹੀਂ ਮੰਨ ਸਕਦੇ ਹੈਗੇ। ਜਿਵੇਂ ਇਹਨਾਂ ਦੇ ਵਿਅਕਤੀਆਂ ਦੇ ਨਾਂ ਨਾਲ ਖਿਤਾਬ ਦੀ ਵਰਤੋਂ ਜੇ ਆਪਾਂ ਕਹਿ ਦਈਏ ਵੀ ਵਿਅਕਤੀ ਨੇ ਆਪਦੇ ਨਾਂ ਨਾਲ ਲਾ ਲਿਆ ਮੈਂ ਪਦਮ ਸ਼੍ਰੀ ਇਹ ਉਹ ਨਾ, ਤਾਂ ਜਾਂ ਪਦਮ ਵਿਭੂਸ਼ਣ, ਤਾਂ ਉਹ ਕੀ ਹੈ ਕਾਨੂੰਨੀ ਤੌਰ 'ਤੇ ਮਨਾਹੀ ਕੀਤੀ ਗਈ ਹੈ ਉਹ ਗੱਲ ਦੀ, ਅਤੇ ਉਹ ਕਾਨੂੰਨ ਦੀ ਉਲੰਘਣਾ ਗੀ। ਇਸ ਕਾਨੂੰਨ ਨੂੰ ਮੱਦੇਨਜ਼ਰ ਰੱਖਦੇ ਹੋਏ ਕੇਰਲਾ, ਮੱਧ ਪ੍ਰਦੇਸ਼, ਪੱਛਮੀ ਬੰਗਾਲ ਦੀਆਂ ਉੱਚ ਅਦਾਲਤਾਂ ਵਿੱਚ ਕੁਝ ਵਿਅਕਤੀਆਂ ਨੇ ਇਹਦੇ ਵਿਰੁੱਧ ਪੁਰਸਕਾਰਾਂ ਦੇ ਪ੍ਰਦਾਨ ਕੀਤੇ ਜਾਣ 'ਤੇ ਕੇਸ ਦਰਜ ਕਰਤੇ। ਪਰ ਕੀ ਹੋਇਆ, 18 ਜਨਵਰੀ 1994 ਨੂੰ ਸਰਵਉੱਚ ਅਦਾਲਤ ਨੇ ਮੁਕੱਦਮੇ ਸੀਗੇ ਜਿਹੜੇ ਕਰੇ ਉਹਨਾਂ ਦੀ ਕਾਰਵਾਈ ਰੋਕਤੀ, ਅਤੇ ਜਿਹੜੇ ਖਿਤਾਬ ਦੇਣ ਦੀ ਜਿਹੜੇ ਆਪਾਂ ਕਹਿ ਲਈਏ ਵਿਸਾ ਪੁਰਸਕਾਰ ਆ ਜਿਹੜੇ ਆਪਾਂ ਕਹਿ ਲਈਏ ਪੁਰਸਕਾਰ ਦੇ ਤੌਰ 'ਤੇ ਹੁਣ ਵੀ ਸਾਨੂੰ ਦਿੱਤੇ ਜਾ ਰਹੇ ਆ, ਨਾ ਕਿ ਕਿਤਾਬਾਂ ਦੇ ਤੌਰ 'ਤੇ। ਸੋ ਇੱਥੇ ਆਪਾਂ ਨੂੰ ਕੀ ਪੁੱਛਿਆ ਜਾ ਸਕਦਾ ਕਿ ਵੀ ਜਿਹੜੇ ਕਿਤਾਬਾਂ ਦਾ ਖਾਤਮਾ ਉਹ ਕਿਸ ਦੇ ਅਧੀਨ ਕੀਤਾ ਗਿਆ, ਅਨੁਛੇਦ 18 ਅਧੀਨ, ਤਾਂ ਆਪਾਂ ਕਿਹੜੇ ਅੰਗਰੇਜ਼ਾਂ ਸਮੇਂ ਦਿੱਤੇ ਜਾਂਦੇ ਸਨ ਖਿਤਾਬ ਕਹਿ ਸਕਦੇ ਹਾਂ, ਰਾਏ ਬਹਾਦਰ, ਦੀਵਾਨ ਬਹਾਦਰ, ਜਾਂ ਫਿਰ ਕਾਨੂੰਨੀ ਮਨਾਹੀ ਜਿਹੜੇ ਐਜ਼ ਆ ਪੁਰਸਕਾਰ ਦੇ ਸਕਦੇ ਆ, ਬਟ ਉਹਨਾਂ ਨੂੰ ਆਪਾਂ ਖਿਤਾਬ ਨਹੀਂ ਮੰਨ ਸਕਦੇ, ਟਾਈਟਲ ਨਹੀਂ ਮੰਨ ਸਕਦੇ। ਉਹ ਕਹਿਣਾ ਪਦਮ ਭੂਸ਼ਣ ਅਤੇ ਪਦਮ ਸ਼੍ਰੀ ਜੀ, ਭਾਰਤ ਰਤਨ ਵੀ ਇਹਦੇ ਵਿੱਚ ਹੀ ਸ਼ਾਮਲ ਆ ਜਿਨ੍ਹਾਂ ਦੀ ਕਾਨੂੰਨੀ ਮਨਾਹੀ ਕੀਤੀ ਗਈ। ਉਹ ਧਿਆਨ ਰੱਖਿਓ ਵੀ ਭਾਰਤ ਰਤਨ ਵੀ ਇਹਦੇ ਵਿੱਚ ਆ ਜਿਹਦੀ ਕਾਨੂੰਨੀ ਮਨਾਹੀ ਕੀਤੀ ਗਈ ਆ। ਇਸ ਤੋਂ ਬਿਨਾਂ ਇਹ ਕੁਐਸਚਨ ਵੀ ਆ ਸਕਦਾ ਵੀ ਕਿਹੜੇ ਜਿਹੜੇ ਰਾਜਾਂ ਦੇ ਵਿੱਚ ਕੇਸ ਆ ਜਿਹੜੇ ਦਰਜ ਕੀਤੇ ਗਏ ਸੀਗੇ ਉੱਚ ਅਦਾਲਤਾਂ ਦੇ ਵਿੱਚ, ਤਾਂ ਕੇਰਲਾ, ਮੱਧ ਪ੍ਰਦੇਸ਼, ਪੱਛਮੀ ਬੰਗਾਲ ਲਿਖ ਸਕਦੇ ਹਾਂ ਉੱਥੇ। 1900 ਕਿਹੜੇ ਕੁਐਸਚਨ ਕਿਹੜਾ ਆ ਸਕਦਾ ਵੀ ਕਿਹੜੇ ਕਾਨੂੰਨ ਦੇ ਅਧੀਨ ਖਿਤਾਬਾਂ ਦੀ ਜਿਹੜੀ ਆ ਖਾਤਮਾ ਕਰਕੇ ਪੁਰਸਕਾਰ ਦੇਣ ਦੀ ਗੱਲ ਕੀਤੀ ਗਈ ਹੈ, ਤਾਂ ਉਹ ਹੈ ਜੀ 18 ਜਨਵਰੀ 1994 ਨੂੰ ਸਰਵਉੱਚ ਅਦਾਲਤ ਦਾ ਜਿਹੜਾ ਮੁਕੱਦਮਾ ਸੀਗਾ ਉਹਨੂੰ ਰੋਕਿਆ ਸੀਗਾ ਅਤੇ ਪ੍ਰਵਾਨਗੀ ਸੀ। ਤਾਂ ਇਸ ਦੇ ਨਾਲ ਹੀ ਅੱਜ ਦਾ ਜਿਹੜਾ ਕਿ ਲੈਕਚਰ ਸਮਾਪਤ ਹੁੰਦਾ। ਆਸ ਕੇ ਤੁਹਾਨੂੰ ਵਧੀਆ ਲੱਗੇਗਾ।